ਰਿਮਾਰਕਸ ਕੀ ਨੇ? ਮੈਂ ਤੁਸੀਂ ਮੀਡੀਆ ਸੁਣ ਕੇ ਖਬਰਾਂ ਨੂੰ ਮੈਨੂੰ ਸੁਣਾਈ ਹੈ, ਮੈਂ ਤੁਹਾਨੂੰ ਖਬਰ ਸੁਣਾ ਰਿਹਾ ਹੁਣ। ਤੁਸੀਂ ਇਸ ਗੱਲ ਨੂੰ ਡਿਨਾਈ ਕਰੋ ਮੈਨੂੰ। ਫੈਜ਼ਾਬਾਦ ਕੇਸ ਦੇ ਵਿੱਚ ਤਿੰਨਾਂ ਨੇ ਸਾਰਿਆਂ ਨੇ ਆਪਣੀਆਂ ਅਪੀਲਾਂ ਵਾਪਸ ਲਈਆਂ। DG ISI ਸਾਹਿਬ ਨੱਸ ਗਏ, ਸ਼ਾਹਿਦ ਕਾਕਾਨ ਅਬਾਸੀ ਨੱਸ ਗਿਆ, ਐਹਸਨ ਇਕਬਾਲ ਨੱਸ ਗਿਆ, ਤਹਿਰੀਕ ਲਬੈਕ ਤੇ ਹੁਣ ਵੀ ਖੜੀ ਹੋ, ਕਹਿੰਦੇ ਹੁਣ ਸਦੋ ਅਸੀਂ ਆ ਕੇ ਤੁਹਾਨੂੰ ਦੱਸ ਰਹੇ ਹਾਂ ਸਾਨੂੰ ਕੌਣ ਲੈ ਕੇ ਆਇਆ, ਦੱਸੋ। ਬਾਕੀ ਉਹ ਨਹੀਂ ਸੀ ਬਾਬਾ ਜੀ ਤੋਂ ਸਾਰੀ ਚੀਜ਼ਾਂ ਸਰ ਜੀ, ਸਾਨੂੰ ਮੌਕਾ ਮਿਲਦਾ ਹੈ ਚੌਧਰੀ ਸਾਹਿਬ ਨਹੀਂ ਚੌਧਰੀ ਸਾਹਿਬ, ਪੁਰਾਣੀਆਂ ਗੱਲਾਂ ਠੀਕ ਆ। ਮੈਂ ਕਹਿ ਰਿਹਾ ਜਦੋਂ ਸਾਨੂੰ ਮੌਕਾ ਮਿਲਦਾ ਹੈ, ਸਾਨੂੰ ਨੂਨ ਲੀਗ, PTI ਤੇ ਪੀਪਲਸ ਪਾਰਟੀ ਨੂੰ ਪਸੰਦ ਕਰਦੇ ਆ। ਜਦੋਂ ਸਾਨੂੰ ਮੌਕਾ ਨਹੀਂ ਮਿਲਦਾ, ਜਦੋਂ ਮੌਲਵੀ ਆ ਗਏ ਹਾਂਜੀ ਤੁਹਾਨੂੰ ਦੇ ਦਿੰਦੇ ਆ, ਜਦੋਂ ਟਾਈਮ ਆਉਂਦਾ ਹੈ ਸਾਨੂੰ ਪਤਾ ਕੀ ਆ, ਇਹੀ ਲਫ਼ਜ਼ ਜਿਹੜਾ ਤੁਸੀਂ ਮੈਨੂੰ ਕੀਤਾ ਬੜਾ ਅੱਛਾ ਲਫ਼ਜ਼ ਹੈ, ਮੌਲਵੀਆਂ ਨੂੰ ਕਿਹਨੇ ਅੱਗੇ ਆਣ ਦੇਣਾ? ਈਆ ਤੋਂ ਯਾਦ ਕਰਵਾਇਆ ਸਾਨੂੰ, ਈਆ ਤਾਂ ਯਾਦ ਕਰਵਾਇਆ ਪਿਛਲੇ ਸਾਲ, ਪਿਛਲੇ 75 ਸਾਲਾਂ ਦੇ ਵਿੱਚ। ਓਏ ਮੌਲਵੀ ਜਿਹਦੇ ਚਿਹਰੇ ਤੇ ਦਾੜੀ ਆ ਜਾਏ ਨਾ, ਇਹਦੇ ਨਾਲ ਨਫ਼ਰਤ ਕਰਨੀ ਹੈ ਇਹਨਾਂ ਨੇ। ਇਹ ਤੁਹਾਨੂੰ ਮੈਂ ਜਨਮਨ ਦੱਸ ਰਿਹਾ ਕਿ ਬਲਾ ਨਫ਼ਰਤ ਕਰਵਾਈ ਗਈ ਹੈ ਸਾਨੂੰ, ਕਿਉਂ ਮੌਲਵੀ ਆਗੇ ਨਹੀਂ ਆ ਸਕਤੇ। ਇਹ ਕਿਹਨੇ ਸਾਨੂੰ ਦੱਸਿਆ? ਮੈਨੂੰ ਦੱਸੋ ਨਾ, ਇਹ ਕਿਤੇ ਹਦੀਸ ਚ ਆਇਆ? ਹਦੀਸ ਕਹਿ ਰਹੀ ਹੈ ਇਹਨਾਂ ਲੋਕਾਂ ਤਰੱਕੀ ਕਰਨੀ ਹੈ, ਇਸਲਾਮ ਗਾਲਬ ਆਏਗਾ। ਇਹ ਮੇਰੇ ਆਕਾ ਮੌਲਾ ਫਰਮਾਨ ਹੈ, ਫਰਮਾਨ ਹੱਕ ਕਿਹਦਾ ਮੰਨੀਏ, ਜੀਓ ਦਾ ਜਾਂ ਆਕਾ ਦਾ? ਵਾਂ ਵੋਟ ਦੇ ਹੁਣ ਇਮਰਾਨ ਖਾਨ ਲੈ ਕੇ ਆਈ ਨਾ, ਕਿੱਥੇ ਗਿਆ ਇਮਰਾਨ ਖਾਨ? ਕਿਹੜਾ ਇਮਰਾਨ ਖਾਨ ਕਿੱਥੇ ਗਿਆ? ਵਾਂ ਦਿੱਤਾ ਨਾ, ਇਹ ਆਵਾਮ ਨਹੀਂ ਸੀ ਲੈ ਕੇ ਆਈ, ਉਹਨੂੰ ਐਸਟੈਬਲਿਸ਼ਮੈਂਟ ਹੀ ਲੈ ਸੁਣ ਲਓ ਆਵਾਮ ਨੇ ਵੋਟ ਦਿੱਤਾ ਵਾ, ਆਵਾਮ ਨੇ ਵੀ ਦਿੱਤਾ ਵੋਟ। ਅੱਛਾ ਚਲੋ ਹੁਣ ਆਵਾਮ ਦਾ ਵੋਟ ਮੰਨ ਰਹੇ ਹੋ? ਹਾਂਜੀ ਅੱਛਾ, ਪਹਿਲੇ ਐਸਟੈਬਲਿਸ਼ਮੈਂਟ ਮੰਨ ਰਹੇ ਸੀ। ਤੁਹਾਨੂੰ ਵੋਟ ਦਿੰਦੇ ਬਿਲ, ਫਿਰ ਤੁਹਾਨੂੰ ਵੋਟ ਦਿੰਦੇ ਆ, ਮੁੜ ਕੇ ਤੁਹਾਨੂੰ ਲਾਉਣਾ ਕਿ ਨਾ ਇਹਦੇ ਲਾਉਣਾ? ਤੁਸੀਂ ਸਰ ਦੋ ਬਿਆਨ ਦੇ ਰਹੇ ਹੋ, ਇੱਕ ਬਿਆਨ ਤੇ ਗੱਲ ਕਰੋ। ਪਹਿਲੇ ਤੁਸੀਂ ਐਸਟੈਬਲਿਸ਼ਮੈਂਟ ਦਾ, ਹੁਣ ਆਵਾਮ ਦਾ ਆ ਗਿਆ। ਨਹੀਂ ਮੇਰੀ ਗੱਲ ਸੁਣ ਲਓ ਕਿਬਲਾ, ਇਹ ਯਾਦ ਕਰਵਾਇਆ, ਹੁਣ ਮੇਰੀ ਥੋੜੀ ਜਿਹੀ ਗੱਲ ਸੁਣ ਲਓਗੇ। ਸਵਾਲ ਇਹ ਜਿਹੜੀ ਸੋਚ ਹੈ ਨਾ, ਪਹਿਲੇ ਤੈਨੂੰ ਬਦਲ ਲਓ। ਇਹ ਪਹਿਲੇ ਸੋਚ ਨੂੰ ਅੱਜ ਨਾ ਤਬਦੀਲ ਕਰੋ, ਇਸ ਸੋਚ ਨੂੰ। ਇਹ ਸੋਚ ਤਬਦੀਲ ਹੋਈ ਹੈ ਤੇ ਅਸਾਂ ਅੱਜ ਥੋੜੇ ਨਹੀਂ ਆ। ਪਹਿਲੇ ਖਾਨ ਸਾਹਿਬ ਨੇ ਤਬਦੀਲ ਕਰਾਈ ਹੈ ਨਾ, ਸਾਨੂੰ 5 ਸਾਲ ਵੀ ਖੜੇ ਹੋ ਜਾਓ ਕੀ ਕੀਤਾ? ਕਿਉਂਕਿ ਖਾਨ ਸਾਹਿਬ ਨੇ ਗੱਲ ਸੁਣੋ, ਅਸੀਂ ਖਾਨ ਸਾਹਿਬ ਤੇ ਵੀ ਬਦਲ ਜਾਂਦੇ ਆ। ਅਸੀਂ ਦੁੱਖ ਤਾਂ ਸਾਡਾ ਹੀ ਹੈ, ਜਿਹਨੂੰ ਈਆ ਕਾ ਨਾ ਬਦੋ ਈਆ ਕਾ ਨਸਤਾਈਨ ਸਿੱਧਾ ਨਹੀਂ ਨਾ ਪੜਨਾ ਹੁੰਦਾ, ਅਸੀਂ ਉਹਦੀ ਗੱਲ ਤੇ ਵੀ ਬਦਲੀ ਰਹਿੰਦੇ ਆ। ਤੇ ਜਿਹੜਾ ਪੂਰਾ ਕੁਰਾਨ ਪੜ੍ਹ ਕੇ ਸੁਣਾ ਕੇ ਜੇ ਮੌਲਵੀ ਬਖਸ਼ੀਸ਼ ਗਏ ਨਾ, ਤੇ ਮੈਂ ਸਾਰੇ ਬਖਸ਼ੀਸ਼ ਜਾਣਗੇ। ਓਏ ਅੱਲਾ ਦੇ ਮਤਲਬ ਜਦੋਂ ਹਲਫ ਉਠਾਇਆ ਮਾਂ ਖਾਨ ਮੁਹੰਮਦ ਨਬਾਦੀ 170 ਸ਼ਹਾਦਤਾਂ ਚੁੱਕ ਕੇ ਲਿਆਏ ਆ ਅਸੀਂ, 170 ਸ਼ਹੀਦ ਚੁੱਕ ਕੇ ਲਿਆਂਦੇ ਅਸੀਂ ਫੈਜ਼ਾਬਾਦ ਚੋਂ ਮੁਖਤਲਿਫ ਜਗ੍ਹਾ ਤੇ। ਪਰ ਮੇਰੀ ਗੱਲ ਮੁਕੰਮਲ ਹੋਣ ਦੇਣਾ। ਇੱਕ ਬੰਦੇ ਨੂੰ ਚੁੱਕ ਕੇ ਲਗਾਈ ਹੈ ਹਜੇ, ਉਹ XYZ ਜਿਹਦਾ ਨਾਲ ਤੁਸੀਂ ਨਾਂ ਲੈ ਰਹੇ ਹੋ, ਉਹ ਚੁੱਕ ਕੇ ਲਗਾਏ ਨੇ ਇੱਕ ਨੂੰ। 140 ਅਸਤੀਫੇ ਉਹਦੇ ਪਿੱਛੇ ਆ ਗਏ ਨੇ। ਇੰਨਾ ਹੌਸਲਾ ਖਲੋਣ ਵਾਲਾ ਤੇ ਜਿਨ੍ਹਾਂ ਨੇ 160 ਸ਼ਹਾਦਤਾਂ ਤੋਂ ਬਾਅਦ ਵੀ ਇੱਕ ਅਸਤੀਫਾ ਵੀ ਨਾ ਦਿੱਤਾ, ਕਿ ਕਿਆ ਉਹਨਾਂ ਦੇ ਪਿੱਛੇ ਕਿਆ ਉਹਨਾਂ ਨੂੰ ਕੋਈ ਪੁੱਛਣਾ ਆਇਆ ਹੋਣਾ? ਸਾਡੇ ਕੋਲ ਕੋਈ ਡੰਗ ਲੈ ਕੇ ਨਾ ਆਇਆ ਹੋਵੇਗਾ ਕਿ ਹਾਂ ਵੀ ਤੁਸੀਂ ਵੀ ਅਗਾਂਹ ਹੋਵੋ। ਜਦੋਂ 160 ਮਾਰਦੇ ਹੋਏ ਕੋਈ ਕਿਸੇ ਦੇ ਘਰ ਦੇ, ਤੇ ਬਾਕੀਆਂ ਨੂੰ ਛੱਡਣ ਵਾਸਤੇ ਮਾਰਦਾ। ਉਹ ਕਿਬਲਾ ਗੱਲ ਨੂੰ ਸਮਝੋ। ਮੈਂ ਥੋੜੀ ਜਿਹੀ ਅਰਜ਼ ਕਰਾਂ ਉਦੋਂ ਦਾ, ਇਸ ਤੋਂ ਨਹੀਂ, ਤੁਹਾਡੀ ਗੱਲ ਬਿਲਕੁਲ ਠੀਕ ਜਾ ਰਹੀ ਸੀ। ਫਿਰ ਕੀ ਕੀਤਾ 160 ਮਾਰਨ 160 ਅਸੀਂ ਖਤਮ ਨਬੂਵਤ ਦੇ ਕਾਨੂੰਨ ਚ ਤਰਮੀਮ ਉੱਥੇ ਹੀ ਉੱਥੇ ਹੀ ਖੜੇ ਬਦਲਵਾ ਕੇ ਆਏ ਬੈਠੇ। ਜੇ ਨਹੀਂ ਚੇਂਜ ਕਰਵਾਇਆ ਤਾਂ ਔਨ ਰਿਕਾਰਡ ਗੱਲ ਕਰੋਗੇ ਸਾਰੇ ਬੈਠੇ ਨੇ। ਅਸਲ ਡਾਕਟਰ ਸਾਹਿਬ ਉਹਨਾਂ ਨੂੰ ਖਤਮ ਨਬੂਵਤ ਦਾ ਮਤਲਬ ਹੀ ਨਹੀਂ ਪਤਾ, ਪੁੱਛ ਲਓ। ਮੈਂ ਦੱਸ ਨਹੀਂ ਪਤਾ ਹੋਏਗਾ ਲੇਕਿਨ ਦੇਖੋ ਅਸਾਂ ਇਹ ਸਾਨੂੰ ਨਾ ਮਸਾਇਲ ਥਰਡ ਪ੍ਰਾਇੋਰਟੀ ਤੇ ਲੱਗ ਰਹੇ ਨੇ। ਦੇਖੋ ਮੇਰੇ ਲਈ ਸਾਰੇ ਮੁਅੱਜ਼ਜ਼ ਹੋ, ਮੇਰੇ ਸਿਰ ਦਾ ਤਾਜ ਹੋ, ਲੇਕਿਨ ਇੱਕ ਗੱਲ ਯਾਦ ਰੱਖਿਓ, ਸਾਨੂੰ ਇਹ ਸਾਰੀਆਂ ਕੰਮ ਲੱਗਣ ਡਏ ਨੇ ਤੀਸਰੀ ਪ੍ਰਾਇੋਰਟੀ ਤੇ। ਜਦਕਿ ਨਮਾਜ਼ ਦਿਨ ਚ ਕਿੰਨੇ ਵੇਲੇ ਫਰਜ਼ ਹੈ? 5, ਰੋਜ਼ਾ ਸਾਲ ਚ 30 ਦਿਨ, ਹਜ ਜ਼ਿੰਦਗੀ ਚ ਪੈਸੇ ਹੋਣ, ਜ਼ਕਾਤ ਜੇ ਮਾਲ ਇੰਨਾ ਹੋਵੇ ਤੇ 40ਵਾਂ ਹਿੱਸਾ ਜੇ ਉਹਦੀ ਇੱਕ ਖਾਸ ਸ਼ਰਅ ਹੈ, ਤੇ ਕਿਬਲਾ ਨਮੂਸੇ ਰਸਾਲਤ ਤੇ ਪਹਿਰਾ ਹਰ ਸਾਹ ਤੇ ਫਰਜ਼ ਹੈ ਇੰਸ਼ਾਅੱਲਾ। ਇਹ ਨਮਾਜ਼ ਤੋਂ ਵੀ ਪਹਿਲੇ ਫਰਜ਼ ਹੈ। ਇਹ ਮੈਂ ਤੁਹਾਨੂੰ ਅੱਜ ਗੱਲ ਦੱਸ ਰਿਹਾ, ਖਤਮ ਨਬੂਵਤ ਤੇ ਪਹਿਰਾ ਹਰ ਸਾਹ ਤੇ ਫਰਜ਼ ਹੈ। ਔਰ ਤੁਹਾਨੂੰ ਅੱਗੇ ਵੀ ਗੱਲ ਸੁਣਾਈ ਹੈ, ਸਿਰਫ ਉਸ ਕੌਮ ਨੇ ਇੱਕ ਨਬੀ ਦੀ ਚੰਦ ਲੰਮਿਆਂ ਲਈ ਗੁਸਤਾਖੀ ਕੀਤੀ ਸੀ, ਮੁੱਲ ਲਾਇਆ ਸੀ। ਅੱਲਾ 7 ਸਾਲ ਨਹੀਂ ਕਹਿ ਚੱਕਿਆ। ਮੈਨੂੰ ਸਿਰਫ ਇਹ ਦੱਸੋ ਕਿ ਜਿਸ ਕੌਮ ਨੇ ਮੁਸਤਕਿਲ ਗੱਦਾਰਾਂ ਨਾਲ ਖੜੇ ਹੋਣਾ ਹੈ, ਉਸ ਕੌਮ ਨਾਲ ਕੀ ਬਣਨਾ ਹੈ? ਅੱਜ ਅਸੀਂ ਆਏ ਬੈਠੇ ਹਾਂ, ਸਾਨੂੰ ਕਹਿਣ ਵਾਲਿਆਂ ਨੇ ਇਹ ਵੀ ਕਿ ਜਦੋਂ ਬਜ਼ੁਰਗ ਬੈਠੇ ਨੇ, ਇਹਨਾਂ ਸਾਰਿਆਂ ਨੇ ਇਹੀ ਕਿਹਾ ਕਿ ਅਸੀਂ ਨਾਲ ਆ ਤੁਹਾਡੇ, ਪਰ ਆਣਾ ਨਹੀਂ ਮੌਲਵੀਆਂ ਨੇ। ਇਹ ਗੱਲ ਜੇ ਯਕੀਨ ਮੰਨੋ ਹੁੰਦੀ, 3300 ਸਾਲ ਫਿਰੌਨਾ ਹਕੂਮਤ ਕੀਤੀ ਹੈ, 3300 ਸਾਲ ਅੱਲਾ ਪਾਣੀ ਚ ਮੁੱਦਾ ਕਰ ਦਿੱਤਾ ਉਸ ਫਿਰੌਨ ਨੂੰ। ਉਹ ਆ ਜਿਹੜੇ ਉਹ ਅਲ-ਐਲਾਨ ਖੁਦਾ ਸੀ, ਉਹ ਕਹਿੰਦਾ ਸੀਗਾ ਕਿ ਮੈਂ ਖੁਦਾ ਵਾਂ, ਮੈਨੂੰ ਖੁਦਾ ਮੰਨੋ, ਮੈਨੂੰ ਸਜਦਾ ਕਰੋ। ਐਸਟੈਬਲਿਸ਼ਮੈਂਟ ਤੋਂ ਛੁਪੀ ਹੋਈ ਖੁਦਾ ਔਕਾਤ ਕੀ ਹੈ ਇਸ ਐਸਟੈਬਲਿਸ਼ਮੈਂਟ ਦੀ, ਜਿਹੜੀ ਮਿੰਟ ਬਾਅਦ ਕਹਿ ਦਿੰਦੀ, ਬਿਆਨ ਦੇ ਦਿੰਦੀ ਹਮਾਰਾ ਸਿਆਸਤ ਕੇ ਸਾਥ ਕੋਈ ਤਾल्लुक नहीं है। ਪਰ ਤੁਹਾਡੀ ਤਾਂ ਔਕਾਤ ਵੀ ਨਹੀਂ, ਤੁਸੀਂ ਆਵਾਮ ਦੇ ਅੱਗੇ ਇੱਕ ਵਾਰੀ ਇਹ ਖੋਲ ਕੇ ਕਹਿ ਸਕੋ ਕਿ ਅਸੀਂ ਖੁਦਾ ਵਾਂ, ਸਾਨੂੰ ਮੰਨੋ। ਤੁਸੀਂ ਤਾਂ ਛੁਪੇ ਹੋਏ ਖੁਦਾ ਹੋ। ਮਾਲਕ ਨੇ ਤੇ ਉਹ ਰੋਲ ਦਿੱਤੇ, ਮਾਲਕ ਨੇ ਤਾਂ ਉਹ ਵੀ ਰੋਲੇ ਹੋਏ ਨੇ ਜਿਹੜੇ ਅਲ-ਐਲਾਨ ਖੁਦਾ ਸੀਗੇ। ਨਮਰੂਦ ਰੋਲ ਦਿੱਤਾ, ਫਿਰੌਨ, ਇਹ ਤਾਂ ਛੁਪੇ ਹੋਏ ਫਿਰੌਨ ਨੇ, ਇਹਨੇ ਫਿਰੌਨ ਨੇ। ਇਹਨਾਂ ਨੂੰ ਡੋਬਣ ਵਾਸਤੇ ਦੇਖੋ ਸ਼ਹਾਦਤ ਹੈ ਮਤਲੂਬ, ਮਕਸੂਦ, ਮੋਮਿਨ ਖੜੇ ਆ। ਸ਼ਹਾਦਤਾਂ ਦੇਣ ਤੋਂ ਬਾਅਦ ਵੀ ਆਪਣੀ ਗੱਲ ਮਨਵਾਈ ਹੈ।
ਟਲੇ ਨਹੀਂ ਆ ਔਰ ਅੱਜ ਵੀ ਆਪਣੇ ਨਜ਼ਰੀਏ ਤੇ ਖੜੇ, ਰੋਜ਼ ਬਿਆਨੀਆਂ ਨਹੀਂ ਬਦਲਦੇ। ਅਮਰੀਕੀ ਗੁਲਾਮੀ ਨਾ ਮਨਜ਼ੂਰ, ਫਿਰ ਅਮਰੀਕੀ ਗੁਲਾਮੀ ਮਨਜ਼ੂਰ, ਮੈਨੂੰ ਮਰਵਾ ਰਿਹਾ ਸੀ ਬਾਜਵਾ, ਫਿਰ ਡੱਟੀ ਆ ਰਹੀ, ਫਿਰ ਬਾਜਵਾ ਸਾਹਿਬ ਮੈਨੂੰ ਬਾਹਰ ਲੈ ਕੇ ਗਏ, ਫਿਰ ਬਾਜਵਾ ਸਾਹਿਬ ਦੇ ਹੁਣ ਮੋਢਿਆਂ ਤੇ ਅਸੀਂ ਬੈਠੇ ਆ, ਫਿਰ ਆ ਗਏ ਆ, 4 ਸਾਲ ਬੈਠੇ ਰਹੇ ਆ, ਕੇਸ ਮੁਕਵਾ ਲਏ ਨੇ, ਉਹ ਕਿਬਲਾ ਕੇਸ ਚ ਚਾਹ ਰਹੇ ਆ। ਅਸੀਂ ਕਹਿ ਰਹੇ ਆ ਕਿ ਜਿਨ੍ਹਾਂ ਦੀ ਤੁਸੀਂ ਨਾਮ ਲੈ ਰਹੇ ਹੋ ਨਾ ਕਿ ਤੁਹਾਨੂੰ ਰੋਕਦੇ ਨੇ, ਅਸੀਂ ਉਹਨਾਂ ਦੇ ਖਿਲਾਫ ਖੜੇ ਆ ਕਿ ਹੁਣ ਨਿਜ਼ਾਮ ਬਦਲ ਸਕਦਾ ਹੈ। ਜਿਹੜੀ ਉਹਨਾਂ ਨੇ ਗੱਲ ਕੀਤੀ ਬੜੀ ਜਾਇਜ਼ ਆ ਕਿ ਉਹ ਵੋਟ ਸਾਡੇ ਵੋਟ ਨਾਲ ਨਹੀਂ ਆਂਦੇ, ਸਾਡੇ ਬਾਹਰ ਲੈ ਕੇ ਆਏ ਆ। ਉਹਨਾਂ ਨੇ ਕੀਤਾ 23 ਲੱਖ, ਚੰਗਾ ਕੀਤਾ ਤੁਸੀਂ। ਸਾਨੂੰ ਹੋਇਆ ਸੀ 1.5 ਮਹੀਨਾ ਰਜਿਸਟਰਡ ਹੋਇਆ ਨੂੰ, ਔਰ ਅਸਾਂ ਲਿਆ 72.5 ਲੱਖ ਵੋਟ। ਉਹਨਾਂ ਨੇ ਸਾਨੂੰ ਬਚਾ ਕੇ ਦਿੱਤਾ 23 ਲੱਖ, ਮਤਲਬ ਤੀਸਰਾ ਹਿੱਸਾ। ਅਗਲੇ ਸਾਲ ਜੇ ਉਹਨਾਂ ਨੂੰ 2 ਕਰੋੜ ਵੋਟ ਪਵਾਵਾਂਗੇ ਤਾਂ ਮੈਨੂੰ ਸਿਰਫ ਇਹ ਦੱਸੋ ਕਿ 3 ਗੁਣਾ ਦੇਣਗੇ। ਤੇ ਜੇ ਮੇਰਾ ਆਪਣੀ ਆਵਾਮ ਨੂੰ ਇਸ ਗੱਲ ਤੇ ਮੈਂ ਕਾਇਲ ਕਰ ਸਕਿਆ, 72 ਲੱਖ ਨੂੰ 23 ਲੱਖ ਕੀਤਾ ਜਾ ਸਕਦਾ ਹੈ। 3 ਕਰੋੜ ਨੂੰ 1 ਕਰੋੜ ਦੇਣਾ ਪਏਗਾ। 3 ਕਰੋੜ ਵੋਟ ਦਾ 1 ਕਰੋੜ ਤੁਹਾਨੂੰ ਦੇਣਾ ਪਏਗਾ। ਜਦੋਂ ਤੁਸੀਂ ਦਿਓਗੇ ਨਾ, ਮਾਰੋ ਡਕੈਟੀਆਂ ਦੀ ਸਾਡੀ ਸਿੰਪਥੀ ਉਹੀ ਰੱਖਣ ਡਏ ਆ। ਅਸੀਂ ਆਪਣਾ ਪ੍ਰਾਈਮ ਮਿਨਿਸਟਰ ਲਿਆ ਖੜਾ ਕਰ ਸਕਦੇ, ਪੁੱਤਰ ਹੁਣ ਤੇਰੀ ਮਦਦ ਨਾਲ ਨਹੀਂ ਆ ਰਹੇ, ਤੂੰ ਡੱਕੇ ਪੂਰੇ ਮਾਰੇ, ਪਰ ਤੈਨੂੰ ਹੁਣ ਨਹੀਂ ਬਣਾਂਗੇ, ਹੁਣ ਤੇਰਾ ਮੁਕਾਬਲਾ ਚੌਕ 'ਚ ਕਰਾਂਗੇ। ਅਸਾਂ ਚੌਕ 'ਚ ਮੁਕਾਬਲਾ ਕਰਨ ਆਏ ਬੈਠੇ ਆ। ਦੇਖੋ ਜਿਨ੍ਹਾਂ ਨੂੰ ਤੁਸੀਂ ਕਹਿ ਰਹੇ ਹੋ ਨਾ ਡਰਾਣ ਦੀਆਂ, ਇਹ ਤਾਂ ਡਰਾਣ ਦੇ ਉੱਤੇ ਇੱਕ ਹੋਇਆ ਤੇ ਅਸੀਂ 4 ਸਾਲ ਜਾ ਕੇ ਤੇ ਪਿਸ਼ਾਬ ਵੀ ਉਹਨਾਂ ਦੀ ਮਰਜ਼ੀ ਤੋਂ ਬਗੈਰ ਨਹੀਂ ਕੀਤਾ। ਪਰ ਸਾਡੇ ਤੇ ਇੱਥੇ ਮੁਸਤਕਿਲ FIR ਨਾ ਕਰਨ ਤੋਂ ਬਾਅਦ ਅਸੀਂ 9 FIR ਦੇ ਨਾਲ ਵੀ ਇੱਥੇ ਹੀ ਫਿਰਦੇ ਨੇ। ਸਾਡੇ ਅਕਾਊਂਟ ਵੀ ਸੀਜ਼ ਕਰਵਾਏ ਜਦੋਂ ਉਹਨਾਂ ਦਾ ਜ਼ੋਰ ਚੱਲਿਆ। ਫਿਰ ਉਹਨਾਂ ਦਾ ਅਸੀਂ ਅੱਜ ਵੀ ਇਹੀ ਕਹਿ ਕੇ ਆਏ ਹਾਂ ਕਿ ਸਿਤਮਗਰ ਇਦਾਰਾ ਹੁਨਰ ਆਜ਼ਮਾਏ, ਤੂੰ ਤੀਰ ਆਜ਼ਮਾ, ਹਮ ਜਿਗਰ ਆਜ਼ਮਾਏ। ਅਸੀਂ ਤਾਂ ਲੈ ਕੇ ਆਏ ਬੈਠੇ ਸੀ ਨੇ, ਸਾਨੂੰ ਰੋਕ ਕੇ ਦਿਖਾਉਂਦੇ ਨਾ, ਮੰਨਦੇ ਤੇ ਤਾਂ ਇਸ ਐਸਟੈਬਲਿਸ਼ਮੈਂਟ ਨੂੰ। ਅੱਜ ਵੀ ਰੋਕੇ, ਉਹ ਭਾਈ ਮੈਨੂੰ ਮਾਰ ਦੇਣਗੇ, ਮੈਂ ਫਿਰ ਬੜੇ ਸਾਲ ਜੀ ਲੈਣਾ। ਮੈਂ ਆ ਰਿਹਾ ਸੀਗਾ, 3 ਕਬਰਸਤਾਨ ਮੈਨੂੰ ਟੱਕਰੇ ਨੇ ਹੁਣੇ। ਉਹ ਮੇਰੇ ਤੋਂ ਬੜੇ ਸੋਹਣਿਆਂ ਦੇ ਭਰੇ ਹੋਏ ਸੀਗੇ, ਜਿਹੜੇ ਬੜੇ ਬੜੇ ਕਹਿੰਦੇ ਸੀਗੇ ਚੌਧਰੀ। ਮੇਰਾ ਦਿਲ ਕਰਦਾ ਮੈਂ ਜਾ ਕੇ ਚੌਧਰੀ ਨੂੰ ਪੁੱਛਾਂ, ਹਾਂ ਵੀ ਚੌਧਰੀ ਸਾਹਿਬ ਹੁਣ ਠੀਕ ਹੋ, ਕਿਉਂਕਿ ਕੱਲ ਨੂੰ ਮੈਂ ਵੀ ਉਸੇ ਕਬਰ ਦੇ ਵਿੱਚ ਹੀ ਪਿਆ ਹਾਂ। ਔਰ ਮੈਂ ਜੰਨਤ ਦੋਜ਼ਖ ਦੇ ਵਾਅਦੇ ਨਹੀਂ ਲੈ ਕੇ ਆ। ਜੰਨਤ ਵੀ ਮੇਰੇ ਮਾਲਕਾਂ ਦੇਣੀ ਹੈ, ਦੋਜ਼ਖ ਵੀ ਮੇਰੇ ਮਾਲਕਾਂ ਦੇਣੀ ਹੈ। ਔਰ ਕੋਈ ਪਤਾ ਨਹੀਂ, ਜੰਨਤ ਦੋਜ਼ਖ ਦਾ ਮਾਲਕ ਮੇਰਾ ਅੱਲਾ, ਵੀ ਇਹਨੂੰ ਵੋਟ ਦਿਓ ਕਿ ਜੰਨਤ ਮਿਲੇਗੀ, ਇਹਨੂੰ ਦੋਜ਼ਖ ਮਿਲੇਗੀ। ਹਾਂ ਇੱਕ ਪਤਾ ਹੈ, ਮਾਲਕਾਂ ਨੂੰ ਸੂਦਖੋਰ ਪਸੰਦ ਨਹੀਂ ਹੈ, ਮਾਲਕਾਂ ਨੂੰ ਜ਼ਨਾ ਦੇ ਬਿੱਲ ਪਾਸ ਕਰਨ ਵਾਲਾ ਪਸੰਦ ਨਹੀਂ ਹੈ, ਸ਼ਰਾਬ ਦੇ ਬਿੱਲ ਪਾਸ ਕਰਨ ਵਾਲਾ ਪਸੰਦ ਨਹੀਂ ਹੈ। ਔਰ ਜਿਨ੍ਹਾਂ ਨੇ ਕੀਤਾ ਹੈ, ਅਗਰ ਉਹਨਾਂ ਦੇ ਨਾਲ ਖੜੇ ਆ ਤੇ ਖੁਦਾ ਦੀ ਕਸਮ ਆਪਾਂ ਝੂਠੇ ਖੜੇ ਆ। ਆਕਾ ਮੌਲਾ ਨੂੰ ਪਸੰਦ ਨਹੀਂ, ਮੈਂ ਕਮ ਅਜ਼ ਕਮ ਉਹਨਾਂ ਦੇ ਨਾਲ ਨਹੀਂ ਖੜਾ ਹੋਵਾਂਗਾ। ਮੈਂ ਜ਼ਰੂਰ ਕਵਾਂਗਾ, ਮੈਂ ਚੌਧਰੀ ਸਾਹਿਬ ਕੋਲ ਆਇਆ ਸੀ ਅੱਗੇ, ਚੌਧਰੀ ਸਾਹਿਬ ਕਿਉਂਕਿ ਇਹਨਾਂ ਨੂੰ ਮੈਂ ਨਹੀਂ ਪੁੱਛ ਸਕਦਾ। ਹਜ਼ੂਰ ਨੇ ਜ਼ਰੂਰ ਸ਼ਫਾਅਤ ਦਾ ਮੈਦਾਨ ਲੱਗਣਾ ਹੈ। ਆਖਰੀ ਗੱਲ, ਸ਼ਫਾਅਤ ਦਾ ਮੈਦਾਨ ਲੱਗਣਾ ਹੈ। ਹਰ ਨਬੀ ਨੂੰ ਅੱਲਾ ਨੇ ਇੱਕ ਐਸੀ ਦੁਆ ਦਿੱਤੀ ਸੀ ਕਿ ਜਦੋਂ ਮੰਗ ਲੈਂਦੇ ਪੂਰੀ ਹੋ ਜਾਂਦੀ। ਆਕਾ ਮੌਲਾ ਦੀ ਜ਼ਿੰਦਗੀ 'ਚ 2 ਮਰਤਬਾ ਵਕਤ ਆਇਆ। ਆਪ ਦੇ ਜਦੋਂ ਬੇਟੇ ਹਜ਼ਰਤ ਇਬਰਾਹੀਮ ਅਲੈਹਿਸਸਲਾਮ ਦੁਨੀਆ ਤੋਂ ਪਰਦਾ ਕਰ ਰਹੇ ਸੀਗੇ, ਹੁਕਮ ਆਇਆ ਸੀ, ਆਪਨੇ ਫਰਮਾਇਆ ਕਿ ਹਜ਼ੂਰ ਦੁਆ ਹੀ ਮੰਗ ਲਓ। ਆਪਨੇ ਨਹੀਂ ਮੰਗੀ। ਇਮਾਮ ਹੁਸੈਨ ਦੀ ਵਾਰੀ ਵੀ ਜਦੋਂ ਵਾਰੀ ਆਈ ਹੈ ਤੇ ਆਪਨੇ ਉਹ ਸ਼ੀਸ਼ੀ ਮਿਲੀ ਹੈ, ਉਹਨੇ ਕਿਹਾ ਹਜ਼ੂਰ ਅੱਜ ਦੁਆ ਮੰਗ ਲਓ, ਇਮਾਮ ਹੁਸੈਨ ਬਚ ਜਾਣਗੇ, ਇਤਨੇ ਬੜੀ ਅਜ਼ੀਅਤ ਨਹੀਂ ਬਰਦਾਸ਼ਤ ਕਰਨਗੇ। ਆਪਨੇ ਫਰਮਾਇਆ ਮੇਰਾ ਹੁਸੈਨ ਬਰਦਾਸ਼ਤ ਕਰੇਗਾ, ਮੇਰੀ बेटी ये दुख बर्दाश्त करेगी। लेकिन हुजूर जिब्राइल अमीन रो पाए, हुजूर हुसैन भी दे रहे हो, अपना बेटा भी दे देता, हुजूर ये दुआ मंगदे क्यों नहीं पे? आपने फरमाया बरोज़ हशर दा दिन होएगा जो तमाम नबी आके कहणगे ना या रब्बे नफसी, या रब्बे नफसी, सिर्फ एक मुहम्मद मुस्तफा सल्लल्लाहु अलैहि वसल्लम दी जात है, या रब्बे उम्मती, या अल्लाह अज मेरी उम्मत, मैं जाना कोई नहीं जब तक मेरी। आप फरमाया आखिरी आप दा जो जिब्राइल अमीन लैके आए ने, फरमाया हजूर मौत दा फरिश्ता बाहर इंतजार करे, अंदर आने की इजाजत चाहता है। आपने फरमाया कि आने की इजाजत दियो। उन्होंने आके कहा अस्सलातु वस्सलामु अलैका या रसूल अल्लाह, हजूर तुहाडे तो पहले भी मैं किसी दे कोल आने की इजाजत नहीं लई, ना किसी नूं सलाम कीता है, ना तुहाडे तो बाद किसी नूं करना है। हजूर मालक दा हुक्म है, मालक तुहाडी ज़ियारत दा मुश्ताक है, अगर हुक्म करो तो मालक कहंदा सी लै आना, नहीं तो फिर छोड़ के आ जाना। आपने फरमाया जिब्राइल रब को वापस जा, पूछ मेरी उम्मत नाल की करेगा। जिब्राइल अमीन अलैहिस्सलाम वापस गए। अल्लाह पाक ने फरमाया जिब्राइल जाके मेरे महबूब नूं कह दे मैं तेरी उम्मत दे बारे च महबूब तेनू राजी करांगा। मेरे आका ने फरमाया जिब्राइल हुण इनू कह दे मैनू लै चल, क्योंकि बरोज़ हशर दे दिन मैं उदों तक राजी नहीं होना जब तक मैं अपनी उम्मतियां नूं लैके ना गया। लेकिन उस दिन आकड़ ते मगरूरी सारी निकल जानी है तेरी, जिस दिन सरवर आलम आख्या ये नहीं उम्मत मेरी। ये ना हो जाए कि सरकार पछाणन ही ना कि तू तो उन्होंने नाल खड़ा होया है जिन्हां ने मेरे दिते हुए निजाम के खिलाफ खड़े रहे ने, तू अज उन्होंने दे नाल खड़ा है तो फिर चल अज उन्होंने नाल ही चल, फिर उन्होंने दी लाइनां अलग बननियां ने। खुदा दी कसम मैं लाइनां नहीं बर्दाश्त कर सकदा। असीं अपनी रोजी कमाने वाले, अपनी रोजी खाने वाले, मैं सिर्फ निजाम मुस्तफा दा पैगाम देण आ रहा हां और पूरे जगह ते लैके जावांगे। कोई मन्ने कोई ना मन्ने, मनाना मेरा काम नहीं, उस रब्बे करीम दा काम है, हजूर दा काम है। दिल वो बदल सकते ने, मेरा काम पैगाम लैके जाना, मैं लैके जावांगा।
ਬਰੋਜ਼ ਹਸ਼ਰ ਦੇ ਦਿਨ ਮੈਂ ਕਹਾਂਗਾ ਹਜ਼ੂਰ ਮੈਨੂੰ ਜ਼ਿੰਮੇਵਾਰੀ ਅਗਰ ਖਾਨਪੁਰ ਦੀ ਮਿਲੀ ਸੀ ਤਾਂ ਮੈਂ ਲੈ ਕੇ ਗਿਆ ਸੀ।